ਅੱਜ ਅਸੀਂ ਅਜਿਹੇ ਹੀ ਘੱਲੂਘਾਰੇ ਬਾਰੇ ਗੱਲ ਕਰਾਂਗੇ ਜੋ ਸਿੱਖ ਕੌਮ ਨਾਲ ਜੂਨ 1984 ਵਿੱਚ ਵਾਪਰਿਆ। ਜੂਨ 1984 ਦਾ ਆਪਰੇਸ਼ਨ ਬਲੂ ਸਟਾਰ ਇੱਕ ਵੱਡਾ ਘੱਲੂਘਾਰਾ ਸੀ। ਇਹ ਇੱਕ ਜ਼ਖਮ ਹੈ ਜੋ ਸਿੱਖ ਕੌਮ ਦੀ ਸਿਮਰਤੀ ਵਿੱਚੋਂ ਕਦੀ ਨਹੀਂ ਜਾ ਸਕਦਾ। ਇਹ ਇੱਕ ਪੀੜ ਹੈ, ਇੱਕ ਕਸਕ ਹੈ ਜੋ ਕਦੇ ਪੂਰੀ ਤਰ੍ਹਾਂ ਨਹੀਂ ਮਿਟ ਸਕਦੀ। 1984 ਦਾ ਘੱਲੂਘਾਰਾ ਵੱਡੇ ਤੇ ਛੋਟੇ ਘੱਲੂਘਾਰੇ ਨਾਲੋਂ ਵੱਖਰਾ ਤਾਂ ਹੈ ਕਿਉਂਕਿ ਇਸ ਵਾਰ ਕਹਿਰ ਢਾਉਣ ਵਾਲੀ ਹਕੂਮਤ ਉਹ ਸੀ ਜਿਸ ਨੂੰ ਸਿੱਖ ਆਪਣੀ ਸਮਝੀ ਬੈਠੇ ਸਨ। ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਭੇਟ। ਮੇਰੇ ਬੁਰਜ ਮਨਾਰੇ ਢਾਹ ਦਿੱਤਾ ਤਖਤ ਅਕਾਲ। ਮੇਰੇ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ। ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ। ਪਰ ਕੋਈ ਨਾ ਉਹਨੂੰ ਬੌੜਿਆ, ਉਹਨੂੰ ਵੈਰੀਆਂ ਮਾਰਿਆ ਘੇਰ। ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। 1984 ਨੇ ਸਿੱਖ ਮਾਨਸਿਕਤਾ ਉੱਪਰ ਹਿੰਦੂ ਦੀ ਗੁਲਾਮੀ ਦੇ ਘਾਤਕ ਪ੍ਰਭਾਵਾਂ ਬਾਰੇ ਸਾਨੂੰ ਜਾਗਰਤ ਕੀਤਾ ਤੇ ਸਾਨੂੰ ਸਮਝਾਇਆ ਕਿ ਸਿੱਖ ਧਰਮ, ਸੱਭਿਆਚਾਰ ਤੇ ਵਿਰਸੇ ਨੂੰ ਬਚਾਉਣ ਲਈ ਸਿੱਖਾਂ ਨੂੰ ਆਪਣੇ ਆਜ਼ਾਦ ਖਾਲਸਾ ਰਾਜ ਦੀ ਲੋੜ ਹੈ। 1984 ਦੇ ਮਗਰੋਂ ਸਿੱਖਾਂ ਦਾ ਰਿਸ਼ਤਾ ਹਿੰਦੁਸਤਾਨ ਨਾਲ ਸਦਾ ਲਈ ਟੁੱਟ ਗਿਆ। ਵਕਤੀ ਤੌਰ ਤੇ ਕਈ ਵਾਰ ਸੰਘਰਸ਼ ਵਿੱਚ ਖੜੌਤ ਆ ਸਕਦੀ ਹੈ, ਪਰ ਖਾਲਸਾ ਪੰਥ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚੇਗਾ। ਇਤਿਹਾਸ ਦਾ ਹਮੇਸ਼ਾ ਹੀ ਸਿਆਸੀਕਰਨ ਹੁੰਦਾ ਆਇਆ ਹੈ ਤੇ ਅੱਜ ਵੀ ਹੋ ਰਿਹਾ ਹੈ। ਹਰ ਵਰਗ ਆਪਣੀ ਜਕੜ ਨੂੰ ਕਾਇਮ ਰੱਖਣ ਲਈ ਇਤਿਹਾਸਕ ਘਟਨਾਵਾਂ ਨੂੰ ਹਮੇਸ਼ਾ ਤੋੜ ਕੇ ਪੇਸ਼ ਕਰਦੇ ਹਨ। ਇਸ ਤਰ੍ਹਾਂ ਇਤਿਹਾਸ ਕੀ ਸੱਚ ਹੈ ਤੇ ਕੀ ਝੂਠ ਹੈ, ਇਸ ਨੂੰ ਸਮਝਣਾ ਤੇ ਪਰਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਾਡੇ ਤੱਕ ਪਹੁੰਚਦਿਆਂ ਕੁਝ ਸਮਾਂ ਲੰਘ ਜਾਂਦਾ ਹੈ ਤੇ ਜਿਨ੍ਹਾਂ ਸਾਧਨਾਂ ਜਾਂ ਮਾਧਿਅਮਾਂ ਰਾਹੀਂ ਇਹ ਸਾਡੇ ਤੱਕ ਪਹੁੰਚਦੀ ਹੈ ਉਹਨਾਂ ਦਾ ਰੰਗ ਉਸ ਉੱਤੇ ਚੜ੍ਹ ਜਾਂਦਾ ਹੈ। ਅੱਜ ਅਸੀਂ ਅਜਿਹੇ ਹੀ ਨੈਰੇਟਿਵਸ ਦੀ ਗੱਲ ਕਰਾਂਗੇ ਜੋ ਸਟੇਟ ਨੇ ਕੱਢ ਕੇ ਸਾਡੇ ਸਾਹਮਣੇ ਰੱਖੇ ਤੇ ਇਤਿਹਾਸ ਨੂੰ ਵਿਗਾੜਨ ਵਾਸਤੇ, ਤਾਂ ਜੋ ਸਾਡੀ ਕੌਮ, ਸਿੱਖ ਕੌਮ, ਇਸ ਤੋਂ ਸੇਧ ਨਾ ਲੈ ਸਕੇ। ਇਹ ਗੱਲ ਕੋਈ ਗੈਰ ਸੁਭਾਵਿਕ ਨਹੀਂ ਹੈ, ਬਲਕਿ ਹਮੇਸ਼ਾ ਹੀ ਇੱਦਾਂ ਹੁੰਦਾ ਆਇਆ ਹੈ। ਜਿਵੇਂ ਮੁਗਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬਹੁਤ ਗਲਤ ਲਿਖਿਆ, ਉਹਨਾਂ ਨੂੰ ਕਾਫਰ ਲਿਖਿਆ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵਮਨਾਈਜ਼ਰ ਅਲਕੋਹਲਿਕ ਆਦਿ ਆਖਿਆ। ਉਵੇਂ ਹੀ ਸੰਤ ਬਾਬਾ ਜਰਨੈਲ ਸਿੰਘ ਬਾਰੇ ਬਹੁਤ ਗਲਤ ਫੈਕਟਸ ਨੂੰ ਜਾਣ ਬੁੱਝ ਕੇ ਪਲਾਨ ਕਰਕੇ ਸਾਡੀ ਕੌਮ ਅੱਗੇ ਰੱਖਿਆ ਜਾਂਦਾ ਹੈ। ਪਰ ਇਹਦੇ ਵਿੱਚ ਅਫਸੋਸ ਵਾਲੀ ਗੱਲ ਇਹ ਹੈ ਕਿ ਸਾਡੀ ਸਿੱਖ ਕੌਮ ਦਾ ਇੱਕ ਵਰਗ, ਇੱਕ ਹਿੱਸਾ ਅੱਜ ਵੀ ਉਹਨਾਂ ਨੈਰੇਟਿਵਸ 'ਚ ਉਲਝਿਆ ਬੈਠਾ ਹੈ ਤੇ ਉਹਨਾਂ ਨੂੰ ਹੀ ਸੱਚ ਸਮਝੀ ਬੈਠਾ ਹੈ। ਵਰਤਮਾਨ ਸਮੇਂ ਵਿੱਚ ਵੀ ਵੇਖੀਏ ਤਾਂ ਸਿੱਖ ਪੀੜ੍ਹੀ, ਸਿੱਖ ਨੌਜਵਾਨ ਪੀੜ੍ਹੀ ਬਾਰ-ਬਾਰ ਪ੍ਰਸ਼ਨ ਕਰਦੀ ਹੈ ਕਿ ਸੰਤਾਂ ਨੂੰ ਕੀ ਲੋੜ ਸੀ ਅਕਾਲ ਤਖਤ ਸਾਹਿਬ ਉੱਤੇ ਜਾਣ ਦੀ। ਉਹਨਾਂ ਨੂੰ ਲੱਗਦਾ ਰਿਹਾ ਹੈ ਤੇ ਅੱਜ ਵੀ ਲੱਗਦਾ ਹੈ ਕਿ ਜੇ ਕਿਤੇ ਸੰਤ ਅਕਾਲ ਤਖਤ ਸਾਹਿਬ ਉੱਤੇ ਨਾ ਜਾਂਦੇ ਤਾਂ ਜੂਨ 84 ਦਾ ਹਮਲਾ ਨਾ ਹੁੰਦਾ। ਇੱਥੇ ਮੈਂ ਇਹ ਕਹਿਣਾ ਚਾਹਾਂਗੀ ਕਿ ਸਭ ਤੋਂ ਵੱਡਾ ਕਸੂਰ ਉਹਨਾਂ ਦੀ ਆਪਣੀ ਸੋਚ ਦਾ ਹੈ। ਉਹਨਾਂ ਦੀ ਸੋਚ ਸਮਝ ਦਾ ਜਿਹੜਾ ਪੱਧਰ ਆ ਉਹ ਬਹੁਤ ਛੋਟਾ ਹੈ। ਫਿਰ ਵੀ ਅਸੀਂ ਅੱਜ ਉਹਨਾਂ ਨੈਰੇਟਿਵਸ ਦੀ ਗੱਲ ਕਰਾਂਗੇ ਕਿ ਜੇ ਸੰਤ ਭਿੰਡਰਾਂ ਵਾਲੇ ਉੱਥੇ ਨਾ ਜਾਂਦੇ ਤਾਂ ਕੀ ਉਹ ਹਮਲਾ ਨਾ ਹੁੰਦਾ। ਕੀ ਸੰਤ ਭਿੰਡਰਾਂ ਵਾਲੇ ਜ਼ਿੰਮੇਵਾਰ ਸੀਗੇ ਆਪਰੇਸ਼ਨ ਬਲੂ ਸਟਾਰ ਦੇ, ਤੇ ਜੇ ਉਹਨਾਂ ਨੇ ਉੱਥੇ ਮੋਰਚਾ ਨਾ ਲਾਇਆ ਹੁੰਦਾ ਤਾਂ ਇਹ ਸਾਰਾ ਕੁਝ ਹੋਣੋਂ ਬਚ ਜਾਂਦਾ। ਸੋ ਅੱਜ ਵੀ ਜਦੋਂ ਅਸੀਂ 1984 ਵਿੱਚ ਵਾਪਰੇ ਘੱਲੂਘਾਰੇ ਬਾਰੇ ਗੱਲ ਕਰਦੇ ਹਾਂ ਤਾਂ ਪਿਛਲੇ 38 ਸਾਲਾਂ ਤੋਂ ਸਿੱਖਾਂ ਵਿੱਚ ਇਹ ਵਿਚਾਰ ਹੁੰਦਾ ਆਇਆ ਹੈ ਕਿ ਅਸਲ ਕਾਰਨ ਕੀ ਹਨ। ਉਹਨਾਂ ਹੀ ਕਾਰਨਾਂ ਤੇ ਅੱਜ ਅਸੀਂ ਚਾਨਣਾ ਪਾਵਾਂਗੇ। ਸੋ ਜੇ ਆਪਾਂ ਸਰਕਾਰ ਦੇ ਨੈਰੇਟਿਵ ਦੀ ਗੱਲ ਕਰੀਏ ਤਾਂ ਸਰਕਾਰ ਨੇ ਇਹ ਨੈਰੇਟਿਵ ਦਿੱਤਾ ਸੀ ਕਿ ਹਮਲੇ ਤੋਂ ਬਹੁਤ ਸਮਾਂ ਪਹਿਲਾਂ ਹੀ ਹਮਲੇ ਦਾ ਬਿਰਤਾਂਤ ਪੈਦਾ ਕਰਨ ਲਈ ਸੰਤਾਂ ਨੂੰ ਅੱਤਵਾਦੀ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਗਿਆ ਕਿ ਦਰਬਾਰ ਸਾਹਿਬ ਦੇ ਕੰਪਲੈਕਸ ਨੂੰ ਕੁਝ ਕ੍ਰਿਮੀਨਲਸ ਨੇ ਅਕਾਲ ਤਖਤ ਸਾਹਿਬ ਨੂੰ ਆਪਣੀ ਰੁਕਣਸਾਰ ਬਣਾ ਲਿਆ ਹੈ ਤੇ ਉਹ ਕ੍ਰਿਮੀਨਲਸ ਜੋ ਕਿ ਹਿੰਸਕ ਵਿਚਾਰ ਰੱਖਦੇ ਹਨ, ਕਾਨੂੰਨ ਨਹੀਂ ਮੰਨਦੇ, ਜਿਹੜੇ ਕਿਸੇ ਖਾਸ ਧਰਮ ਦੇ ਲੋਕਾਂ ਨੂੰ ਆਪਣੀ ਹਿੰਸਾ ਦਾ ਸ਼ਿਕਾਰ ਬਣਾਉਂਦੇ ਹਨ, ਉਹਨਾਂ ਨੂੰ ਕਾਬੂ ਕਰਨ ਲਈ ਸਾਨੂੰ ਦਰਬਾਰ ਸਾਹਿਬ ਤੇ ਹਮਲਾ ਕਰਨਾ ਪਿਆ। ਜੇਕਰ ਸਰਕਾਰ ਦਾ ਮੰਤਵ ਉਸ ਵੇਲੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿ ਰਹੇ ਖਾੜਕੂ ਸਿੰਘਾਂ ਨੂੰ ਬਾਹਰ ਕੱਢਣਾ ਹੀ ਸੀ, ਉਸ ਲਈ ਇਹ ਘੱਲੂਘਾਰਾ ਕਰਨਾ ਜ਼ਰੂਰੀ ਨਹੀਂ ਸੀ। ਪਹਿਲੀ ਗੱਲ ਇਹ ਕਿ ਜੇਕਰ ਕੇਵਲ ਇਹੀ ਮੰਤਵ ਸੀ ਤਾਂ ਫਿਰ ਲਗਭਗ 70 ਤੋਂ 80 ਗੁਰਦੁਆਰਿਆਂ ਵਿੱਚ ਇੱਕੋ ਸਮੇਂ ਤੇ ਫੌਜੀ ਕਾਰਵਾਈ ਕਰਨ ਦਾ ਕੋਈ ਮੰਤਵ ਨਹੀਂ ਸੀ। ਗੁਰਦੁਆਰਿਆਂ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਫਿਊ ਲਗਾਉਣ ਦੀ ਵੀ ਕੋਈ ਲੋੜ ਨਹੀਂ ਸੀ। ਇੱਥੇ ਇਹ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਇਹ ਗੱਲ ਦੀ ਪੁਸ਼ਟੀ ਅੱਜ ਤੱਕ ਵੀ ਹੋਣੀ ਬਾਕੀ ਹੈ ਕਿ ਕੁੱਲ ਮਿਲਾ ਕੇ ਕਿੰਨੇ ਗੁਰਦੁਆਰਿਆਂ ਸਾਹਿਬ ਵਿੱਚ ਅਟੈਕ ਹੋਇਆ ਸੀ। 2017 ਵਿੱਚ ਸਰਬਜੀਤ ਸਿੰਘ ਘੁਮਾਣ ਦੀ ਪੁਸਤਕ ਅਨੁਸਾਰ ਤਕਰੀਬਨ 3 ਦਰਜਨ ਗੁਰਦੁਆਰੇ ਜਿਹੜੇ ਉਹਨਾਂ ਵਿੱਚ ਫੌਜੀ ਕਾਰਵਾਈ ਕੀਤੀ ਗਈ। ਪਰ 2020 ਦੇ ਵਿੱਚ ਸਰਦਾਰ ਮਲਕੀਤ ਸਿੰਘ ਭਵਾਨੀਗੜ੍ਹ ਦੀ ਰਿਸਰਚ ਦੇ ਮੁਤਾਬਕ ਉਹਨਾਂ ਨੇ 70 ਗੁਰਦੁਆਰੇ ਲਿਸਟ ਕੀਤੇ ਹਨ ਤੇ 10 ਹੋਰ ਗੁਰਦੁਆਰੇ ਹਨ ਜਿਨ੍ਹਾਂ ਦੇ ਵਿੱਚ ਫੌਜੀ ਕਾਰਵਾਈ ਕੀਤੀ ਗਈ। ਸੋ ਇਹ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ 70 ਤੋਂ 80 ਹੋਰ ਗੁਰਦੁਆਰਿਆਂ ਵਿੱਚ ਦਰਬਾਰ ਸਾਹਿਬ ਤੋਂ ਇਲਾਵਾ ਫੌਜੀ ਕਾਰਵਾਈ ਕੀਤੀ ਗਈ ਅਤੇ ਅਟੈਕ ਕੀਤੇ ਗਏ।
ਜੇ ਮੰਤਵ ਸਿਰਫ ਉਹਨਾਂ ਨੂੰ ਬਾਹਰ ਕੱਢਣਾ ਹੀ ਸੀ, ਇਸ ਹਮਲੇ ਲਈ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੀ ਕਿਉਂ ਚੁਣਿਆ ਗਿਆ ਜਦ ਦਰਬਾਰ ਸਾਹਿਬ ਅੰਦਰ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਜੁੜੇ ਹੋਏ ਸਨ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਲਗਭਗ 6 ਮਹੀਨੇ ਪਹਿਲਾਂ ਦੇਹਰਾਦੂਨ ਨੇੜੇ ਦਰਬਾਰ ਸਾਹਿਬ ਨਾਲ ਮਿਲਦੀ ਜੁਲਦੀ ਇਮਾਰਤ ਬਣਾ ਕੇ ਇਸ ਉੱਤੇ ਧਾਵਾ ਬੋਲਣ ਦਾ ਫੌਜ ਨੂੰ ਉਚੇਚਾ ਅਭਿਆਸ ਕਿਉਂ ਕਰਵਾਇਆ ਗਿਆ, ਜਦੋਂ ਕਿ ਉਦੋਂ ਦਾ ਅਕਾਲ ਤਖਤ ਸਾਹਿਬ ਵਿਖੇ ਖਾੜਕੂਆਂ ਦੀ ਕੋਈ ਮੋਰਚਾਬੰਦੀ ਨਹੀਂ ਹੋਈ ਸੀ, ਜਿਸ ਨੂੰ ਬਹਾਨਾ ਬਣਾ ਕੇ ਸਰਕਾਰ ਨੇ ਇਹ ਹਮਲਾ ਕੀਤਾ। ਭਾਰਤੀ ਫੌਜਾਂ ਦਾ ਸਿੱਖਾਂ ਦੇ ਇਤਿਹਾਸਕ ਤੇ ਧਾਰਮਿਕ ਗ੍ਰੰਥਾਂ, ਦੁਰਲੱਭ ਹੱਥ ਲਿਖਤ ਬੀੜ ਤੇ ਖਰੜਿਆਂ ਤੇ ਅਨਮੋਲ ਸਿੱਖ ਸਾਹਿਤ ਤੇ ਵਿਰਾਸਤ ਸਾਂਭੀ ਬੈਠੀ ਸਿੱਖ ਰੈਫਰੈਂਸ ਲਾਇਬ੍ਰੇਰੀ ਨਾਲ ਕੀ ਵੈਰ ਸੀ, ਜਿਸ ਨੂੰ ਇਸ ਮੌਕੇ ਸੁਚੇਤ ਤੌਰ ਤੇ ਬੇਇੱਜ਼ਤੀ ਨਾਲ ਸਾੜ ਦਿੱਤਾ ਗਿਆ। ਇੰਦਰਾ ਗਾਂਧੀ ਨੇ ਬਹੁਤ ਚਿਰ ਪਹਿਲਾਂ ਹੀ ਆਪਣੇ ਨਜ਼ਦੀਕੀ ਸਲਾਹਕਾਰਾਂ ਨਾਲ ਰਾਏ ਮਸ਼ਵਰਾ ਕਰਕੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦਾ ਨਿਰਣੈ ਕਰ ਲਿਆ ਸੀ। ਉਸਨੇ ਭਾਰਤੀ ਫੌਜ ਦੇ ਮੁਖੀ ਜਨਰਲ A.S. ਵੈਦਿਆ ਨੂੰ ਕਈ ਮਹੀਨੇ ਪਹਿਲਾਂ 15 ਜਨਵਰੀ ਨੂੰ ਸੈਨਾ ਦਿਵਸ ਮੌਕੇ ਆਪਣੇ ਇਸ ਫੈਸਲੇ ਦੀ ਸੂਹ ਦਿੱਤੀ ਸੀ ਤੇ ਜਨਰਲ S.K. ਸਿਨਹਾ ਆਪਣੇ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਹਨਾਂ ਨੂੰ 1982 ਦੇ ਵਿੱਚ ਹੀ ਦਰਬਾਰ ਸਾਹਿਬ ਉੱਤੇ ਫੌਜੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜੋ ਕਿ ਉਹਨਾਂ ਨੇ ਮਨਾ ਕਰ ਦਿੱਤਾ ਸੀ। ਫਿਰ ਵੀ ਜੇ ਅਸੀਂ ਮੰਨ ਲਈਏ ਕਿ ਇਸ ਫੌਜੀ ਕਾਰਵਾਈ ਦਾ ਮੰਤਵ ਸਿਰਫ ਜਰਨੈਲ ਸਿੰਘ ਤੇ ਹੋਰ ਖਾੜਕੂ ਸਿੰਘਾਂ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਚੋਂ ਬਾਹਰ ਕੱਢਣਾ ਸੀ, ਤਾਂ ਹੋਰ ਵੀ ਬਹੁਤ ਸਾਰੇ ਸੰਭਵ ਤਰੀਕੇ ਵਰਤੇ ਜਾ ਸਕਦੇ ਹਨ। ਇਸ ਲਈ 3 ਤਰੀਕੇ ਸਨ ਜਿਹੜੇ ਉਸ ਟਾਈਮ ਵਰਤੇ ਜਾ ਸਕਦੇ ਸਨ। ਪਹਿਲਾ, ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਖਾੜਕੂ ਸਿੰਘਾਂ ਨੂੰ ਬਾਹਰ ਆਉਣ ਲਈ ਕਹਿਣਾ। ਦੂਸਰਾ, ਦਰਬਾਰ ਸਾਹਿਬ ਦੇ ਉਹ ਹਿੱਸੇ ਦੀ ਘੇਰਾਬੰਦੀ ਕਰਕੇ ਪਾਣੀ ਅਤੇ ਰਸਦ ਦੀ ਸਪਲਾਈ ਬੰਦ ਕਰ ਦੇਣਾ, ਜਿਵੇਂ ਕਿ ਇਹਨਾਂ ਨੇ ਪਹਿਲਾਂ ਤਾਜ ਹੋਟਲ ਵੇਲੇ ਕੀਤਾ ਸੀ। ਜਦੋਂ ਤਾਜ ਹੋਟਲ ਤੇ ਹਮਲਾ ਹੁੰਦਾ ਹੈ ਤਾਂ ਉਦੋਂ ਉੱਥੇ ਜਿਹੜਾ ਵਾ ਕੋਈ ਵੀ ਫੌਜੀ ਕਾਰਵਾਈ ਨਹੀਂ ਕੀਤੀ ਗਈ ਸੀ, ਸਗੋਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੋ ਇਹ ਕਹਿਣਾ ਬਿਲਕੁਲ ਵੀ ਅਸੀਂ ਯਕੀਨ ਨਹੀਂ ਕਰ ਸਕਦੇ ਕਿ ਸਿਰਫ ਇੱਕੋ ਇੱਕ ਰਾਹ ਬਚਿਆ ਸੀ ਜਿਹੜਾ ਸਰਕਾਰ ਨੇ ਅਪਣਾਇਆ। ਜਿਹੜਾ ਕਿ ਉਹਨਾਂ ਨੇ ਰਾਹ ਅਪਣਾਇਆ ਉਹ ਸੀਗਾ ਤੀਸਰਾ, ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਨਾ। ਉਹਨਾਂ ਨੇ ਪਹਿਲਾ ਰਾਹ ਇਸ ਕਰਕੇ ਨਾ ਚੁਣਿਆ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇਕਰ ਖਾੜਕੂ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਹਿਣ ਤੇ ਬਾਹਰ ਆਉਂਦੇ ਹਨ ਤੇ ਉਹਨਾਂ ਦਾ ਮਾਣ ਸਤਿਕਾਰ ਲੋਕਾਂ ਵਿੱਚ ਹੋਰ ਵੀ ਵੱਧ ਜਾਏਗਾ। ਇਸੇ ਤਰ੍ਹਾਂ ਦੂਸਰਾ ਰਾਹ ਵੀ ਨਾ ਅਪਣਾਇਆ। ਸਰਕਾਰ ਨੇ ਤੀਜਾ ਰਾਹ ਹੀ ਅਪਣਾਇਆ, ਜੋ ਇਸ ਵਿਸ਼ਾਲ ਸੋਚੀ ਸਮਝੀ ਯੋਜਨਾ ਦਾ ਸਿੱਟਾ ਸੀ। The army went into Darbar Sahib not to eliminate a particular figure or particular movement, but to suppress the culture of the Sikh people, attack their heart, to strike a blow at their spirit and self-confidence. ਸਰਕਾਰ ਨੇ 1984 ਆਪਰੇਸ਼ਨ ਬਲੂ ਸਟਾਰ ਕੀਤਾ ਸੀ ਸਾਡੀ ਆਜ਼ਾਦ ਹਸਤੀ ਤੇ ਬਗਾਵਤੀ ਸੋਚ ਨੂੰ ਖਤਮ ਕਰਨ ਲਈ, ਸਿੱਖਾਂ ਦੀ ਜਿਹੜੀ ਸਮਰੱਥਾ ਖੜੀ ਹੋ ਰਹੀ ਸੀ ਉਸ ਨੂੰ ਤੋੜਨ ਲਈ, ਸਾਡਾ ਸਵੈਮਾਨ ਚੂਰੋ-ਚੂਰ ਕਰਨ ਲਈ, ਸਾਡੇ 'ਚ ਡਰ ਪੈਦਾ ਕਰਨ ਲਈ ਤੇ ਦਹਿਸ਼ਤ ਪੈਦਾ ਕਰਨ ਲਈ। ਇਸ ਗੱਲ ਦਾ ਬਹੁਤ ਅਫਸੋਸ ਹੁੰਦਾ ਹੈ ਜਦ ਸਾਡਾ ਹੀ ਇੱਕ ਸਿੱਖ ਵਰਗ ਦਾ ਭਾਗ ਜਿਹੜਾ ਆ ਉਹ ਬਾਰ-ਬਾਰ ਇਹ ਪ੍ਰਸ਼ਨ ਕਰਦੇ ਆ, ਕਿਉਂਕਿ ਪੱਛਮੀ ਪਾਕਿਸਤਾਨ ਵਿੱਚ ਬੈਠਾ ਇੱਕ ਕਵੀ ਐਡਵੋਕੇਟ ਅਫਜ਼ਲ ਅਹਿਸਨ ਰੰਧਾਵਾ, ਜਿਹਨੇ ਜੂਨ 84 ਦੇ ਅਸਲ ਕਾਰਨ ਦੀ ਨਬਜ਼ ਝੱਟ ਫੜ ਲੈਂਦਾ ਹੈ ਤੇ ਕਹਿੰਦਾ ਹੈ, ਅੱਜ ਵੈਰੀਆਂ ਕੱਢ ਖਾ ਲਿਆ 5 ਸਦੀਆਂ ਦਾ ਵੈਰ। ਅਸਲ ਵਿੱਚ 1947 ਤੋਂ 1975 ਤੱਕ ਜੇ ਆਪਾਂ ਸਿੱਖਾਂ ਦਾ ਸਫ਼ਰ ਵੇਖੀਏ ਤਾਂ ਅਸਲ ਵਜ੍ਹਾ ਦਾ ਪਤਾ ਲੱਗਦਾ ਹੈ। 1947 ਤੋਂ ਬਾਅਦ ਬਹੁ ਗਿਣਤੀ ਸਿੱਖ ਪੰਜਾਬ ਵਿੱਚ ਹੋਣ ਕਰਕੇ ਇੰਡੀਆ ਪੂਰੀ ਤਰ੍ਹਾਂ ਨਿਰਭਰ ਹੋ ਗਿਆ ਸੀ ਪੰਜਾਬ ਦੇ ਉੱਪਰ ਕਈ ਫੈਕਟਰਸ ਨੂੰ ਲੈ ਕੇ, ਜਿਵੇਂ ਕਿ ਅੰਨ ਕਰਕੇ। ਪੰਜਾਬ ਇੰਡੀਆ ਦਾ ਸਭ ਤੋਂ ਜ਼ਿਆਦਾ ਅੰਨ ਪੈਦਾ ਕਰਨ ਵਾਲਾ ਸੂਬਾ ਸੀ। 1975 ਤੱਕ ਟਰਾਂਸਪੋਰਟ ਸੈਕਟਰ 'ਚ ਸਿੱਖਾਂ ਦੀ ਮਨੋਬਲੀ ਬਣ ਚੁੱਕੀ ਸੀ। ਦੇਸ਼ ਦੀ ਰੱਖਿਆ ਕਰਨ ਲਈ ਫੌਜੀ ਸ਼ਕਤੀ ਜਿਹੜੀ ਬਹੁਤ ਜ਼ਰੂਰੀ ਹੁੰਦੀ ਕਿਸੇ ਵੀ ਦੇਸ਼ ਲਈ, ਉਹਦੇ ਲਈ ਭਾਰਤ ਸਿੱਖਾਂ ਤੇ ਨਿਰਭਰ ਹੋ ਚੁੱਕਾ ਸੀ, ਕਿਉਂਕਿ ਜਿਹੜੇ ਆਰਮੀ ਦੇ ਬਹੁਤ ਹੀ ਐਫੀਸ਼ੀਐਂਟ ਅਫਸਰ ਸੀਗੇ ਉਹ ਸਿੱਖਾਂ 'ਚੋਂ ਨਿਕਲਦੇ ਸੀਗੇ, ਪੰਜਾਬੀ ਕੌਮ 'ਚੋਂ ਨਿਕਲਦੇ ਸੀਗੇ। ਆਜ਼ਾਦੀ ਲਈ 121 ਫਾਂਸੀਆਂ ਦੇ ਵਿੱਚੋਂ 93 ਫਾਂਸੀਆਂ ਸਾਡੇ ਦੁਆਰਾ ਦਿੱਤੀਆਂ ਗਈਆਂ, 2% ਵਾਲਿਆਂ ਵੱਲੋਂ ਦਿੱਤੀਆਂ ਗਈਆਂ। 2660 ਉਮਰ ਕੈਦਾਂ ਹੁੰਦੀਆਂ ਟੋਟਲ, ਜਿਨ੍ਹਾਂ ਵਿੱਚੋਂ 2147 ਸਜ਼ਾਵਾਂ ਅਸੀਂ ਦਿੱਤੀਆਂ। ਜਲਿਆਂਵਾਲੇ ਬਾਗ ਦੇ ਸਾਕੇ ਦੀਆਂ ਸ਼ਹੀਦੀਆਂ ਦੀ ਗੱਲ ਕਰੀਏ ਤਾਂ ਟੋਟਲ 1300 ਸ਼ਹੀਦੀਆਂ ਵਿੱਚੋਂ 799 ਤਕਰੀਬਨ 800 ਸ਼ਹੀਦੀਆਂ ਜਿਹੜੀਆਂ ਉਹ ਵੀ ਸਿੱਖਾਂ ਨੇ ਦਿੱਤੀਆਂ। 1975 ਤੱਕ ਸਟੇਟ ਗਵਰਨਮੈਂਟ ਸੱਤਾਧਾਰੀ ਸਮੂਹ ਇਹ ਭਲੀ ਭਾਂਤੀ ਜਾਣ ਚੁੱਕੀ ਸੀ ਕਿ ਸਿੱਖ ਕੌਮ ਇੱਕ ਸ਼ਕਤੀਸ਼ਾਲੀ ਧਿਰ ਬਣ ਕੇ ਸਾਹਮਣੇ ਆਣ ਖੜੀ ਹੋਈ ਸੀ। ਇਸ ਕਲੈਕਟਿਵ ਪਾਵਰ ਨੇ ਜਿਹੜਾ ਡਰ ਪੈਦਾ ਕੀਤਾ ਰੂਲਿੰਗ ਕਲਾਸ ਤੇ ਸਟੇਟ ਦੇ ਮਨ 'ਚ ਕਿ ਜੇ ਸਿੱਖ ਤਬਾਹ ਨਾ ਕੀਤੇ ਤਾਂ ਉਹ ਦਿਨ ਦੂਰ ਨਹੀਂ ਜਦ ਇੰਡੀਆ ਤੇ ਰਾਜ ਕਰਨਗੇ। ਇਸ ਬਦਲਦੀ ਪ੍ਰਸਥਿਤੀ ਤੋਂ ਭਾਰਤੀ ਸਰਕਾਰ ਤੇ ਭਾਰਤੀ ਹਾਕਮ ਵਰਗ ਦਾ ਚਿੰਤਤ ਹੋਣਾ ਲਾਜ਼ਮੀ ਸੀ। ਅਜਿਹੇ ਲੋਕਾਂ ਦੇ ਗੰਭੀਰ ਰਾਜਨੀਤਿਕ ਚੈਲੰਜ ਨੂੰ ਬਿਲਕੁਲ ਤਹਿਸ-ਨਹਿਸ ਕਰਨ ਲਈ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ। ਜਦੋਂ ਅਕਾਲ ਤਖਤ ਦੇ ਖੰਡਰ ਰੋ ਬੇਅੰਤ ਨੇ ਦੇਖੇ, ਚੁੱਪ ਕੀਤੇ ਅਸਮਾਨ ਨੇ ਸਾਡੇ 3 ਸਦੀਆਂ ਦੇ ਲੇਖੇ, ਜੋਰ ਅਥਾ ਬਾਜ ਦੇ ਸੀਨੇ ਚੀਰ ਮਿਰਾਜਾਂ ਉੱਡੇ, ਸਿਦਕ ਸ਼ਹੀਦ ਦਾ ਸਾਂਭ ਕੇ ਰੱਖੀ ਸੁਬਤ ਸਮੇਂ ਦੀ ਰੇਖੇ, ਸਿਦਕ ਸ਼ਹੀਦ ਦਾ ਸਾਂਭ ਕੇ ਰੱਖੀ ਸੁਬਤ ਸਮੇਂ ਦੀ ਰੇਖੇ। ਜੂਨ 1984 ਦੇ ਦੁਖਾਂਤ ਨੇ ਸਾਨੂੰ ਜਿਨ੍ਹਾਂ ਸਵਾਲਾਂ ਦੇ ਸਾਹਮਣੇ ਖੜਾ ਕੀਤਾ ਉਹਨਾਂ ਦੇ ਜਵਾਬ ਲੱਭਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ।
बेशक 1984 कोई कल्ली कैरी घटना नहीं, पर यह वरतारा सी जो अज भी चल रहा है। 1984 ਵਿੱਚ ਜੋ ਵਰਤਾਰਾ ਫੌਜੀ ਹਥਿਆਰਾਂ ਨਾਲ ਵਰਤਾਇਆ ਜਾ ਰਿਹਾ ਸੀ, ਉਹ ਹੁਣ ਬੁੱਧੀ ਦੇ ਹਥਿਆਰਾਂ ਨਾਲ ਵਰਤਾਇਆ ਜਾ ਰਿਹਾ ਹੈ। ਜੇ ਕੌਮ ਤੇ ਹਮਲਾ ਕਰਨ ਵਾਲਿਆਂ ਦੀ ਫਿਤਰਤ ਅਤੇ ਮਾਨਸਿਕਤਾ ਨੂੰ ਸਮਝਣਾ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਦੇ ਅਧਿਆਪਕ, ਰਾਜਨੀਤੀਵਾਨ, ਮਾਪੇ ਅਤੇ ਭਾਈਚਾਰੇ ਦੇ ਮੁਖੀਆਂ ਨੂੰ ਆਪਣੇ ਅਤੀਤ ਅਤੇ ਇਤਿਹਾਸ ਦੀ ਜਾਣਕਾਰੀ ਨਾਲ ਭਰਪੂਰ ਕਰਨਾ ਹੈ, ਤਾਂ ਬੁੱਧੀ ਦੇ ਮੈਦਾਨ ਵਿੱਚ ਜੰਗ ਲੜਨ ਲਈ ਯਤਨ ਕਰਨੇ ਪੈਣਗੇ। ਸਾਨੂੰ ਆਪਣੇ ਆਪ ਨੂੰ ਇਹ ਪਰਪੱਕ ਕਰਨਾ ਪਊਗਾ ਕਿ ਅਸੀਂ ਇਤਿਹਾਸ ਪੜ੍ਹੀਏ, ਸਮਝੀਏ, ਵਿਚਾਰੀਏ, ਨਾ ਕਿ ਜਿਹੜੇ ਸਟੇਟ ਸਾਡੇ ਅੱਗੇ ਨੈਰੇਟਿਵ ਬਾਰ-ਬਾਰ ਲਿਆ ਕੇ ਰੱਖਦਾ ਆ, ਅਸੀਂ ਅੰਨ੍ਹੇਵਾਹ ਉਹਨਾਂ ਨੂੰ ਫੋਲੋ ਕਰੀਏ। 1984 ਦੇ ਵਰਤਾਰੇ ਦਾ ਕੇਂਦਰੀ ਸੋਚ ਨਸਲਕੁਸ਼ੀ ਵਾਲੀ ਪਹੁੰਚ ਹੈ ਅਤੇ ਉਹ ਪਹੁੰਚ ਉਹ ਹੀ ਵਰਤੀਰਾ ਅੱਜ ਵੀ ਸਾਡੇ ਨਾਲ ਵਾਪਰ ਰਿਹਾ ਹੈ। ਵਰਤਮਾਨ ਹਮਲਾ ਅਕਾਦਮਿਕ ਖੇਤਰ ਵਿੱਚ ਹੋ ਰਿਹਾ ਹੈ ਤੇ ਬਹੁਤ ਹੀ ਵੱਡੇ ਪੈਮਾਨੇ ਤੇ ਹੋ ਰਿਹਾ ਹੈ, ਜਿਵੇਂ ਕਿ ਬੋਲੀ ਦਾ ਹਿੰਦੀਕਰਨ, ਸੱਭਿਆਚਾਰ ਦਾ ਹਿੰਦੀਕਰਨ, ਧਰਮ ਦੀ ਵਿਗੜੀ ਵਿਆਖਿਆ, ਸਿੱਖ ਵਿਦਵਾਨਾਂ ਲਈ ਵਿਕਾਸ ਦੇ ਸਾਰੇ ਰਾਹ ਬੰਦ ਕਰਨੇ, ਕੌਮ ਨੂੰ ਸਮੁੱਚੇ ਤੌਰ ਤੇ ਰਾਜਨੀਤਿਕ ਜ਼ਹਿਰ ਨਾਲ ਲਰੇਜ਼ ਕਰ ਦੇਣਾ, ਆਰਥਿਕ ਤਬਾਹੀ ਦੇ ਸੂਖਮ ਯਤਨ, ਮੀਡੀਆ ਤੇ ਕੰਟਰੋਲ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਚੁਣ ਕੇ ਮਾਰਨਾ, ਗੁਰਬਾਣੀ ਦੀ ਭਾਰਤੀ ਨੇਸ਼ਨ ਸਟੇਟ ਦੇ ਸੂਤ ਬਹਿੰਦੀ ਵਿਆਖਿਆ ਅਤੇ ਇਸ ਦੇ ਨਾਲ ਹੀ ਹੋਰ ਬਹੁਤ ਮੋਰਚੇ ਹਨ ਜਿਨ੍ਹਾਂ ਤੇ ਸਟੇਟ ਵੱਲੋਂ ਲਗਾਤਾਰ ਕੰਮ ਹੋ ਰਿਹਾ ਹੈ। ਇਹ ਸਾਰੇ ਯਤਨਾਂ ਦਾ ਉਹ ਮਕਸਦ ਹੀ ਹੈ ਜੋ 1984 ਵਿੱਚ ਸਮੁੱਚੇ ਦੇਸ਼ ਨੂੰ ਇੱਕ ਸਰਬ ਸਾਂਝੀ ਭਾਰਤੀ ਕੌਮ ਵਿੱਚ ਤਬਦੀਲ ਕਰਨਾ ਅਤੇ ਕੌਮੀ ਨਿਆਰੇਪਣ ਨੂੰ ਖਤਮ ਕਰਨਾ। ਇਸ ਸਾਰੀ ਚਰਚਾ ਦੇ ਜ਼ਰੀਏ ਮੇਰੇ ਕਹਿਣ ਦਾ ਭਾਵ ਇੰਨਾ ਕੁ ਹੈ ਕਿ ਜੂਨ 84 ਦੇ ਵਰਤਾਰੇ ਨੂੰ ਸਮਝਣ ਲਈ ਦਰੁਸਤ ਨੁਕਤਾ ਨਿਗਾਹ ਦੀ ਲੋੜ ਹੈ। ਦਰਅਸਲ ਭਾਰਤੀ ਸਥਾਪਤੀ ਨੇ ਇਸ ਕਾਂਡ ਦਾ ਸਿੱਖਾਂ ਵਿੱਚ ਪ੍ਰਭਾਵ ਆਪਣੇ ਮੁਤਾਬਕ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ। ਸਿੱਖਾਂ ਵਿੱਚ ਇਸ ਨੂੰ ਤੀਜੇ ਘੱਲੂਘਾਰੇ ਵਜੋਂ ਮਾਨਤਾ ਮਿਲੀ ਹੋਈ ਹੈ। ਇਸ ਵਿੱਚ ਭਾਰਤੀ ਫੌਜ ਨਾਲ ਲੜਦਿਆਂ ਸ਼ਹੀਦ ਹੋਏ ਸਿੱਖ ਆਗੂਆਂ ਨੂੰ ਸਰਕਾਰ ਨੇ ਖਲਨਾਇਕ ਵਜੋਂ ਪੇਸ਼ ਕੀਤਾ, ਪਰ ਸਿੱਖ ਤਵਾਰੀਖ ਵਿੱਚ ਉਹਨਾਂ ਨੂੰ ਅੱਜ ਵੀ ਨਾਇਕ ਦਾ ਰੁਤਬਾ ਦਿੱਤਾ ਜਾਂਦਾ ਹੈ। ਅਜਿਹੇ ਹੀ ਸੂਰਬੀਰ ਯੋਧਿਆਂ ਸੰਤ ਜਰਨੈਲ ਬਾਬਾ ਭਿੰਡਰਾਂਵਾਲੇ, ਬਾਬਾ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਜਿਹੇ ਸੂਰਬੀਰ ਯੋਧਿਆਂ ਨੂੰ ਯਾਦ ਕਰਦੇ ਹੋਏ ਸਮਾਪਤੀ ਕਰਦੇ ਹਾਂ, ਜਿਨ੍ਹਾਂ ਬਾਰੇ ਅੱਲਾ ਯਾਰ ਖਾਂ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਸਿੱਖਾਂ ਦਾ ਇਤਿਹਾਸ ਹੀ ਕੁਝ ਐਸਾ ਹੈ ਕਿ ਸਿੱਖਾਂ ਦਾ ਆਗੂ ਜਦ ਵੀ ਲੜਿਆ ਹੈ, ਸੂਰਬੀਰ ਜਦ ਵੀ ਲੜਿਆ ਹੈ, ਜਿਸ ਰਣ में लड़ा बेसरो समान लड़ा तू, जिस रण में लड़ा बेसरो समान लड़ा तू, 100 सिंह लिए लाखों पे जा के बड़ा तू, 100 सिंह लिए लाखों पे जा के बड़ा तू। वाहिगुरू जी का खालसा, वाहिगुरू जी की फतेह।